ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਸਤਿਗੁਰੂ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੀ ਰਿਕਰੂਟਮੈਂਟ ਪ੍ਰੋਸੈਸ ਦੇ ਬਾਰੇ, ਜੋ ਕਿ ਹੁਣੇ ਨੋਟੀਫਿਕੇਸ਼ਨ ਆਊਟ ਹੋਇਆ ਹੈ। ਔਰ ਇਸ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੀ ਰਿਕਰੂਟਮੈਂਟ ਪ੍ਰੋਸੈਸ ਦੇ ਵਿੱਚ ਕੀ ਮਿਨੀਮਮ ਏਜ ਰਿਕੁਆਇਰਮੈਂਟ ਹੈ, ਕਿਹੜੀ ਪੋਸਟ ਹੈ, ਟੋਟਲ ਨੰਬਰ ਆਫ ਪੋਸਟ ਹੈ ਕਿੰਨੀ ਹੈ, ਇਸ ਦੇ ਬਾਰੇ ਸਭ ਆਪਾਂ ਡਿਟੇਲ 'ਚ ਗੱਲ ਕਰਾਂਗੇ। ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਬੜੀ ਯੂਜ਼ਫੁਲ ਵੀਡੀਓ ਰਹੇਗੀ। ਅਗਰ ਵੀਡੀਓ ਅੱਛੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਬਿਕੋਜ਼ ਕਈ ਵਾਰੀ ਆਪਣੇ ਕੁਝ ਫਰੈਂਡ ਸਰਕਲ 'ਚ ਇਹ ਹੁੰਦਾ ਕਿ ਕਈ ਵਾਰੀ ਉਹਨਾਂ ਨੂੰ ਪੋਸਟ ਦਾ ਪਤਾ ਨਹੀਂ ਲੱਗਦਾ ਹੁੰਦਾ ਕਿ ਕਿਹੜੀ ਪੋਸਟ ਆਈ ਹੈ। ਤਾਂ ਤੁਸੀਂ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਨਾ ਹੈ। ਹਾਂਜੀ, ਪੋਸਟ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਕਿਹੜੀਆਂ ਪੋਸਟ ਆਈਆਂ, ਤਾਂ ਪੋਸਟ ਨੰਬਰ 1 ਹੈ ਸਟੈਨੋ, ਦੈਨ ਮੈਨੇਜਰ, ਦੈਨ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ, ਜਿਸ ਨੂੰ ਆਪਾਂ IT ਆਫਿਸਰ ਕਹਿ ਦਿੰਦੇ ਹਾਂ, ਦੈਨ ਕਲਰਕ ਕਮ ਡਾਟਾ ਐਂਟਰੀ ਆਪਰੇਟਰ, ਔਰ ਲਾਸਟ ਹੈ ਸਟੈਨੋ ਟਾਈਪਿਸਟ। ਜੇ ਟੋਟਲ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕੀਤੀ ਜਾਵੇ ਤਾਂ ਟੋਟਲ ਨੰਬਰ ਆਫ ਵੈਕੈਂਸੀਜ਼ ਜਿਹੜੀਆਂ ਉਹ 856 ਹੈ। 856 ਪੋਸਟ ਹੈ ਜਿਹੜੀਆਂ ਆਊਟ ਕੀਤੀਆਂ ਗਈਆਂ। ਹੁਣ ਡੇਟਸ ਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। ਨੋਟੀਫਿਕੇਸ਼ਨ ਜਿਹੜੀ ਰਿਲੀਜ਼ ਡੇਟ ਹੈ ਉਹ 28 ਅਪ੍ਰੈਲ 2021 ਹੈ। ਔਨਲਾਈਨ ਐਪਲੀਕੇਸ਼ਨ ਸਟਾਰਟ ਹੈ ਜਿਹੜੀ ਉਹ 29 ਅਪ੍ਰੈਲ 2021 ਤੋਂ ਸ਼ੁਰੂ ਹੋ ਜਾਏਗੀ। ਔਨਲਾਈਨ ਐਪਲੀਕੇਸ਼ਨ ਸਟਾਰਟ। ਜਿਹੜੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਉਹ 20 ਮਈ ਹੈ, ਔਰ ਲਾਸਟ ਡੇਟ ਫੀ ਪੇਮੈਂਟ ਦੀ ਉਹ ਵੀ ਅਗੇਨ 20 ਮਈ ਹੈ, ਕਿਉਂਕਿ ਔਨਲਾਈਨ ਮੋਡ ਦੇ ਵਿੱਚ ਪੇਪਰ ਅਪਲਾਈ ਹੋਣਾ ਹੈ। ਮਤਲਬ ਤੁਸੀਂ 28 ਅਪ੍ਰੈਲ ਤੋਂ ਲੈ ਕੇ 20 ਮਈ ਤੱਕ ਹੈ ਜੋ ਪੇਪਰ ਹੈ ਉਹ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਐਡਮਿਟ ਕਾਰਡ ਦੀ ਜਿਹੜੀ ਡਿਟੇਲ ਹੈ ਉਸ ਦੇ ਬਾਰੇ ਇਹਨਾਂ ਨੇ ਲਿਖਿਆ ਆਪਣੀ ਸਾਈਟ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਇਹ ਤੁਹਾਨੂੰ ਨੋਟੀਫਾਈ ਕਰ ਦਿੱਤਾ ਜਾਏਗਾ। ਅਜੇ ਇਸ ਦੇ ਬਾਰੇ ਕੁਛ ਵੀ ਡਿਟੇਲ ਹੈ ਜਿਹੜੀ ਉਹ ਨਹੀਂ ਅਪਲੋਡ ਕੀਤੀ ਗਈ, ਔਰ ਨਾ ਹੀ ਇਹ ਦੱਸਿਆ ਗਿਆ ਕਿ ਪੇਪਰ ਕਦੋਂ ਹੋਏਗਾ। ਹੁਣ ਪੋਸਟ ਦੇ ਬਾਰੇ ਆਪਾਂ ਡਿਟੇਲ 'ਚ ਗੱਲ ਕਰ ਲੈਂਦੇ ਹਾਂ। ਦੇਖੋ, ਜਿਵੇਂ 5 ਕੈਟਾਗਰੀ ਦੀਆਂ ਪੋਸਟ ਹੈ, ਤਾਂ ਉਹਦੇ ਵਿੱਚ ਜਿਹੜੀ ਫਸਟ ਪੋਸਟ ਹੈ ਉਹ ਸੀਨੀਅਰ ਮੈਨੇਜਰ ਦੀਆਂ, ਜਿਹਦੀਆਂ ਟੋਟਲ ਪੋਸਟ 40 ਹੈ। ਮੈਨੇਜਰ ਟੋਟਲ ਪੋਸਟ 60 ਹੈ। 40 ਸੀਨੀਅਰ ਮੈਨੇਜਰ ਹੋ ਗਿਆ, ਮੈਨੇਜਰ 60 ਹੋ ਗਿਆ, ਮਤਲਬ ਇਹਨਾਂ ਦੋਵਾਂ ਦੀਆਂ 100 ਪੋਸਟ ਇਹਨਾਂ ਨੇ ਰੱਖੀਆਂ। ਦੈਨ ਵੱਡੀ ਪੋਸਟ ਹੈ ਜਿਹੜੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਹੈ ਉਹ 739 ਹੈ, ਔਰ 2 ਛੋਟੀਆਂ ਪੋਸਟ ਵੀ ਇਹਨਾਂ ਨੇ ਰੱਖੀਆਂ, ਮਤਲਬ ਨੰਬਰ ਜਿਨ੍ਹਾਂ ਦਾ ਘੱਟ ਹੈ। ਇੱਕ IT ਆਫਿਸਰ 7 ਹੈ, ਔਰ ਸਟੈਨੋ ਟਾਈਪਿਸਟ 10 ਹੈ, ਔਰ ਟੋਟਲ ਨੰਬਰ ਆਫ ਪੋਸਟ ਹੈ ਜਿਹੜੀਆਂ ਉਹ ਆਪਣੇ ਕੋਲ ਜਿਹੜੀਆਂ ਅਪਲਾਈ ਕਰਨ ਦੇ ਲਈ ਉਹ 856 ਹੈ, 856 ਹੈ। ਹੁਣ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਆਪਾਂ ਗੱਲ ਕਰ ਲਈਏ। ਦੇਖੋ, ਫਸਟ ਪੋਸਟ ਸੀਨੀਅਰ ਮੈਨੇਜਰ ਹੈ ਜਿਹੜੀ, ਸੀਨੀਅਰ ਮੈਨੇਜਰ ਦੇ ਲਈ ਕਹਿੰਦੇ ਵੀ ਇੱਕ ਪਰਸਨ ਨੇ 50% ਮਾਰਕਸ ਹੈ ਜਿਹੜੇ ਉਹ ਲਏ ਹੋਣੇ ਚਾਹੀਦੇ ਹੈ ਕਿਸੇ ਰੈਕੋਗਨਾਈਜ਼ ਯੂਨੀਵਰਸਿਟੀ ਤੋਂ, ਪਲੱਸ ਉਹਨੇ ਮਤਲਬ ਪੋਸਟ ਗ੍ਰੈਜੂਏਟ ਦੇ ਵਿੱਚ 50% ਹੈ ਜਿਹੜੇ ਉਹ ਮਾਰਕਸ ਉਹਨੇ ਲਏ ਹੋਣੇ ਚਾਹੀਦੇ ਹੈ, ਔਰ ਉਹਦੀ MBA ਕੀਤੀ ਹੋਵੇ ਸੀਨੀਅਰ ਮੈਨੇਜਰ ਦੇ ਲਈ ਵਿਦ 50% ਮਾਰਕਸ, ਜਾਂ ਉਹ ਕਹਿੰਦੇ ਉਹਦੀ ਉਸ ਬੰਦੇ ਦੀ ਸੀਨੀਅਰ ਮੈਨੇਜਰ ਦੇ ਲਈ CA ਕੀਤੀ ਹੋਵੇ, ਜਾਂ ਉਸ ਬੰਦੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਵਿਦ 55% ਮਾਰਕਸ, ਔਰ ਲਾਸਟ ਹੈ ਵੀ ਜਾਂ ਉਹ ਬੰਦੇ ਨੇ ਗ੍ਰੈਜੂਏਟ ਤਾਂ ਹੋਵੇ ਉਹ ਬੰਦਾ, ਪਰ ਉਹਦੇ ਨਾ ਮਾਰਕਸ ਅਗਰ 50% ਹੈ ਤਾਂ ਉਹਦੇ ਨਾਲ ਉਹਨੇ CAIIB ਦਾ ਜਿਹੜਾ ਕੋਰਸ ਹੈ ਉਹ ਨਾਲ ਕੀਤਾ ਹੋਣਾ ਚਾਹੀਦਾ। ਮਤਲਬ ਇੱਧਰ ਹੋ ਗਿਆ 50% ਗ੍ਰੈਜੂਏਸ਼ਨ 'ਚੋਂ ਪਲੱਸ CAIIB ਜਾਂ 55% ਗ੍ਰੈਜੂਏਸ਼ਨ 'ਚੋਂ। ਇਸ ਤੋਂ ਇਲਾਵਾ ਅਦਰ ਕੰਡੀਸ਼ਨ ਇਹ ਹੈ ਕਿ ਉਹਦੀ 10th ਲੈਵਲ 'ਤੇ ਹੈ ਜਿਹੜਾ ਉਹ ਪੰਜਾਬੀ ਲੈਂਗੁਏਜ ਦਾ ਟੈਸਟ ਹੈ ਜਿਹੜਾ ਉਹ ਪਾਸ ਹੋਣਾ ਚਾਹੀਦਾ ਉਹਦਾ, ਮਤਲਬ ਉਹਦੀ 10ਵੀਂ ਲੈਵਲ 'ਤੇ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ। ਅਗਰ ਉਹਨੇ ਨਹੀਂ ਕੀਤੀ ਤਾਂ ਉਹਦੀ ਜੁਆਇਨਿੰਗ ਤੋਂ ਬਾਅਦ ਉਹਨੂੰ 2 ਸਾਲ ਦਿੱਤੇ ਜਾਣਗੇ, ਉਸ ਦੀ ਅਪੁਆਇੰਟਮੈਂਟ ਤੋਂ ਬਾਅਦ ਉਹਨੂੰ 2 ਸਾਲ ਦਿੱਤੇ ਜਾਣ ਕਾਹਦੇ ਲਈ, ਇਹ ਜਿਹੜੀ 10th ਲੈਵਲ ਦੀ ਪੰਜਾਬੀ ਲੈਂਗੁਏਜ ਨੂੰ ਪਾਸ ਕਰਨ ਦੇ ਲਈ। ਨੈਕਸਟ ਪੋਸਟ ਦੇਖੋ ਮੈਨੇਜਰ ਹੈ। ਮੈਨੇਜਰ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਰਿਕੁਆਇਰਮੈਂਟ ਆ ਉਹ ਸੇਮ ਹੈ ਜੋ ਸੀਨੀਅਰ ਮੈਨੇਜਰ ਲਈ ਹੈ। ਅਗੇਨ ਪੋਸਟ ਗ੍ਰੈਜੂਏਟ ਹੋਵੇ ਬੰਦਾ ਵਿਦ 50% ਮਾਰਕਸ, ਜਾਂ ਉਹਦੀ MBA ਕੀਤੀ ਹੋਵੇ ਵਿਦ 50% ਮਾਰਕਸ, ਜਾਂ ਉਹ CA ਹੋਵੇ। ਇਸ ਤੋਂ ਇਲਾਵਾ ਗ੍ਰੈਜੂਏਟ ਹੋਵੇ 55% ਮਾਰਕਸ ਦੇ ਨਾਲ,
और ये सारा कुछ है ਜਿਹੜਾ ਇੱਕ ਪ੍ਰੋਪਰ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਚਾਹੀਦਾ ਹੈ, ਜਾਂ ਉਹ ਕਹਿੰਦੇ ਵੀ ਅਗਰ ਗ੍ਰੈਜੂਏਟ ਹੈ ਵਿਦ 50% ਮਾਰਕਸ ਤਾਂ ਉਹਦਾ ਨਾਲ CAIIB ਹੈ ਜਿਹੜਾ ਉਹ ਚਾਹੀਦਾ ਹੈ। ਇਸ ਤੋਂ ਇਲਾਵਾ ਉਸ ਪਰਸਨ ਦੀ ਜਿਹੜੀ ਪੰਜਾਬੀ ਲੈਂਗੁਏਜ ਹੈ ਉਹ ਪੰਜਾਬੀ ਲੈਂਗੁਏਜ ਜਿਹੜੀ ਉਹਦੀ ਕਲੀਅਰ ਹੋਣੀ ਚਾਹੀਦੀ ਹੈ 10th ਲੈਵਲ ਦੀ, ਮਤਲਬ ਮੈਟ੍ਰਿਕ ਲੈਵਲ ਦੀ, ਮੈਟ੍ਰਿਕ ਸਟੈਂਡਰਡਸ ਦੀ। ਹੁਣ ਇਹਦੇ ਵਿੱਚ ਉਹ ਕੰਡੀਸ਼ਨ ਨਹੀਂ ਉਹਨਾਂ ਨੇ ਕਹੀ ਕਿ ਅਗਰ ਕਿਸੇ ਬੰਦੇ ਦੀ ਨਹੀਂ ਹੈਗੀ ਤਾਂ ਮਤਲਬ ਉਹ ਪੇਪਰ ਨਹੀਂ ਅਪਲਾਈ ਕਰ ਸਕਦਾ। ਜਿਵੇਂ ਸੀਨੀਅਰ ਮੈਨੇਜਰ 'ਚ ਤਾਂ ਉਹਨਾਂ ਨੇ ਕਹਿ ਤਾ ਨਾ ਕਿ 2 ਸਾਲਾਂ ਤੱਕ ਪੰਜਾਬੀ ਹੈ ਜਿਹੜੀ ਉਹ ਪਾਸ ਕਰ ਲੇ, ਲੇਕਿਨ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਕਿ ਅਗਰ ਨਹੀਂ ਕਿਸੇ ਦੀ ਹੈਗੀ 10th ਦੀ ਪੰਜਾਬੀ ਤਾਂ ਉਹ ਪੇਪਰ ਨਹੀਂ ਅਪਲਾਈ ਕਰ ਸਕਦਾ। ਦੈਨ IT ਆਫਿਸਰ। IT ਆਫਿਸਰ ਦੇਖੋ, ਇੱਕ IT ਆਫਿਸਰ ਦੇ ਲਈ ਮਸਟ ਹੈ ਕਿ ਉਹ ਟੈਕਨੀਕਲ ਲਾਈਨ ਦਾ ਪਰਸਨ ਹੋਏਗਾ। ਦੈਟ ਇਜ਼ ਦਾ ਰੀਜ਼ਨ ਇਹਨਾਂ ਨੇ ਇਹ ਗੱਲ ਮੈਂਸ਼ਨ ਕੀਤੀ ਹੈ ਕਿ ਪਰਸਨ ਦੀ ਜਿਹੜੀ ਉਹ MCA ਜਾਂ MSc ਦੇ ਵਿੱਚੋਂ ਜਿਹੜੀ ਹੁੰਦੀ 50% ਮਾਰਕਸ ਹੁੰਦੇ ਚਾਹੀਦੇ ਹੈ, ਜਾਂ 55% ਚਾਹੀਦੀ ਹੈ BE BTech ਦੇ ਵਿੱਚੋਂ। ਵਿਦ ਫੀਲਡ ਮੈਂਸ਼ਨ ਕੀਤੀਆਂ ਗਈਆਂ ਇੰਜੀਨੀਅਰਿੰਗ ਡਿਗਰੀ ਦੀਆਂ। ਉਹ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਿਰਫ ਕੰਪਿਊਟਰ ਸਾਇੰਸ ਵਾਲੇ, IT ਵਾਲੇ ਔਰ ECE ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਾਲੇ ਹੀ ਸਟੂਡੈਂਟ ਅਪਲਾਈ ਕਰ ਸਕਦੇ ਆ। ਮਤਲਬ ਆ ਜਿਨ੍ਹਾਂ ਨੇ 3 ਸਟਰੀਮ ਦੇ ਵਿੱਚ ਜਿਨ੍ਹਾਂ ਨੇ ਡਿਗਰੀ ਲਈ ਹੈ, ਕੰਪਿਊਟਰ ਸਾਇੰਸ, IT ਔਰ ECE, ਇਹੀ 3 ਸਟਰੀਮ ਦੇ ਜਿਹੜੇ ਪਰਸਨ ਹੈ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਆ। ਪਲੱਸ ਸੇਮ ਕੰਡੀਸ਼ਨ ਅਗੇਨ ਰਹੇਗੀ ਕਿ ਪਰਸਨ ਨੇ ਜਿਹੜੀ ਉਹ 10th ਲੈਵਲ 'ਤੇ ਆ ਜਿਹੜੀ ਪੰਜਾਬੀ ਆ ਉਹ ਪਾਸ ਕੀਤੀ ਹੋਣੀ ਚਾਹੀਦੀ ਹੈ। ਨੈਕਸਟ ਪੋਸਟ ਆਉਂਦੀ ਹੈ ਜੀ ਤੁਹਾਡੇ ਕੋਲ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ। ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੇ ਲਈ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇ ਬੰਦਾ ਗ੍ਰੈਜੂਏਟ ਹੋਵੇ ਵਿਦ 2nd ਡਿਵੀਜ਼ਨ, ਪੋਸਟ ਗ੍ਰੈਜੂਏਟ ਪਾਸ ਹੋਵੇ ਜਾਂ with any stream, diploma certificate minimum 6 month in computer from a ISO certification। ਮਤਲਬ ਜਿਹੜਾ ਉਹਨੇ 6 ਮਹੀਨਿਆਂ ਦਾ ਸਰਟੀਫਿਕੇਟ ਉਹਨੂੰ ਕੰਪਿਊਟਰ ਪਾਸ ਦਾ ਚਾਹੀਦਾ, ਵੀ ਉਹਨੂੰ ਕੰਪਿਊਟਰ ਦੀ ਬੇਸਿਕ ਨੌਲੇਜ ਹੈਗੀ ਆ ਉਹ ਵਾਲਾ ਹੁੰਦਾ 6 ਮਹੀਨਿਆਂ ਦਾ ਸਰਟੀਫਿਕੇਟ ਚਾਹੀਦਾ। ਇਸ ਤੋਂ ਇਲਾਵਾ ਸੇਮ ਜਿਹੜੀ ਸੈਕਿੰਡ ਕੰਡੀਸ਼ਨ ਆ ਉਹ ਸਭ ਦੇ ਲਈ ਹੈ ਕਿ ਉਸ ਬੰਦੇ ਨੇ 10th ਲੈਵਲ ਦੀ ਜਿਹੜੀ ਪੰਜਾਬੀ ਹੈ ਉਹ ਕਲੀਅਰ ਕੀਤੀ ਹੋਵੇ। ਨੈਕਸਟ ਆ ਜਾਂਦਾ ਜੀ, ਅਗਰ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਸਿਰਫ ਇੱਕ ਹੀ ਪੋਸਟ ਦੇ ਲਈ ਐਕਸਪੀਰੀਅੰਸ ਦੀ ਜਿਹੜੀ ਕੰਡੀਸ਼ਨ ਹੈ ਉਹ ਮੈਂਸ਼ਨ ਹੈ ਕਿਹੜੀ, ਸੀਨੀਅਰ ਮੈਨੇਜਰ ਦੇ ਲਈ। ਉਹ ਵੀ ਆਪਾਂ ਦੇਖ ਲੈਂਦੇ ਹਾਂ ਕੀ ਹੈ। ਕਹਿੰਦੇ ਵੀ ਕੈਂਡੀਡੇਟ ਮਸਟ ਹੈਵ ਰਿਕਰੂਟਿਡ ਡਾਇਰੈਕਟਲੀ ਐਜ਼ ਏ ਸਕੇਲ 1 ਆਫਿਸਰ, ਦੈਟ ਮੀਨਸ PO, ਵੀ ਕੈਂਡੀਡੇਟ ਹੈ ਜਿਹੜਾ ਉਹ ਡਾਇਰੈਕਟ PO ਹੋਵੇ, ਰਿਕਰੂਟ ਹੋਇਆ ਹੋਵੇ, ਔਰ ਇਕੁਅਲੈਂਟ ਐਂਡ ਸ਼ੁੱਡ ਪੋਜੈਸ ਏ ਮਿਨੀਮਮ ਆਫ 5 ਈਅਰ। ਆਹ ਚੀਜ਼ ਇੰਪੋਰਟੈਂਟ ਹੈ ਜੀ, ਵੀ ਪੋਸਟ ਅਪਲਾਈ ਕਰਨ ਦੇ ਲਈ ਇੱਕ PO ਨੂੰ 5 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਚਾਹੀਦਾ ਹੈ। ਇੱਕ PO ਨੂੰ 5 ਸਾਲਾਂ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਚਾਹੀਦਾ ਹੈ, ਠੀਕ ਹੈ। ਉਸ ਤੋਂ ਇਲਾਵਾ ਉਹ ਕਹਿੰਦਾ ਮਿਨੀਮਮ ਆਫ 5 ਈਅਰ ਐਕਸਪੀਰੀਅੰਸ ਐਜ਼ ਅਸਿਸਟੈਂਟ ਮੈਨੇਜਰ ਇਨ ਪੰਜਾਬ ਸਟੇਟ ਕੋਆਪਰੇਟਿਵ ਬੈਂਕ। ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ ਲਈ ਉਹ ਐਜ਼ ਏ ਮੈਨੇਜਰ ਦਾ ਜਿਹੜਾ ਉਹਦਾ ਐਕਸਪੀਰੀਅੰਸ ਹੋਵੇ। ਔਰ ਇਸ ਤੋਂ ਇਲਾਵਾ ਅਸਿਸਟੈਂਟ ਮੈਨੇਜਰ ਜਾਂ ਮੈਨੇਜਰ ਦਾ ਐਕਸਪੀਰੀਅੰਸ ਹੋਵੇ। ਇਸ ਤੋਂ ਇਲਾਵਾ ਉਹ ਕਹਿੰਦਾ 5 ਸਾਲਾਂ ਦਾ ਗ੍ਰੇਡ A ਆਫਿਸਰ ਦਾ, ਨਾਬਾਰਡ ਦੇ ਵਿੱਚ ਐਜ਼ ਏ ਗ੍ਰੇਡ A ਆਫਿਸਰ ਦਾ ਹੁੰਦਾ 5 ਸਾਲਾਂ ਦਾ ਅਗੇਨ ਐਕਸਪੀਰੀਅੰਸ ਚਾਹੀਦਾ। ਮਤਲਬ ਸਿੱਧੀ ਜੀ ਗੱਲ ਕਹਾਂ ਕਿ ਸੀਨੀਅਰ ਮੈਨੇਜਰ ਦੀ ਪੋਸਟ ਦੇ ਲਈ 5 ਈਅਰ ਦਾ ਜਿਹੜਾ ਐਕਸਪੀਰੀਅੰਸ ਚਾਹੀਦਾ, ਸੀਨੀਅਰ ਮੈਨੇਜਰ ਦੀ ਪੋਸਟ ਦੇ ਲਈ 5 ਈਅਰ ਦਾ ਐਕਸਪੀਰੀਅੰਸ ਚਾਹੀਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਏਜ ਲਿਮਿਟ ਦੀ। ਏਜ ਲਿਮਿਟ ਦੇ ਬਾਰੇ ਦੇਖਿਆ ਜਾਵੇ ਤਾਂ ਮਿਨੀਮਮ ਏਜ ਲਿਮਿਟ 18 ਸਾਲ ਹੈ, ਮੈਕਸੀਮਮ ਏਜ ਲਿਮਿਟ 37 ਸਾਲ ਹੈ। 18 ਤੋਂ 37 ਸਾਲ ਦਾ ਬੰਦਾ ਜਿਹੜਾ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ, ਠੀਕ ਹੈ ਜੀ। ਔਰ ਜੇ ਆਪਾਂ ਗੱਲ ਕਰੀਏ ਅਪਰ ਏਜ ਲਿਮਿਟ SC ਦੇ ਲਈ ਉਹ 42 ਸਾਲ ਹੈ, ਮਤਲਬ 5 ਸਾਲਾਂ ਦੀ ਏਜ ਰਿਲੈਕਸੇਸ਼ਨ ਹੈ। ਇਸ ਤੋਂ ਇਲਾਵਾ ਉਹ ਕਹਿੰਦੇ ਅਪਰ ਏਜ ਲਿਮਿਟ ਰਿਲੈਕਸੇਸ਼ਨ ਫॉर ਕੈਂਡੀਡੇਟ ਹੂ ਹੈਵ ਬੀਨ ਐਮਪਲੋਇਡ ਇਨ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਹੈ। ਉਹ 47 ਸਾਲ ਤੱਕ ਦੇ ਬੰਦੇ ਹੈ ਜਿਹੜੇ ਕਰ ਸਕਦੇ ਆ, ਜਿਹੜੇ ਕਿ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚੰਡੀਗੜ੍ਹ ਦੇ ਵਿੱਚ ਆਲਰੇਡੀ ਹੈ ਜਿਹੜੇ ਉਹ ਜੋਬ ਕਰ ਰਹੇ ਹੈ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਐਪਲੀਕੇਸ਼ਨ ਫੀਸ ਦੀ, ਵੀ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫੀਸ ਕਿੰਨੀ ਹੈ। ਤਾਂ ਜਿਹੜੀ ਹੈ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫੀਸ ਹੈ ਉਹ 1400 ਰੁਪਏ ਹੈ ਜਨਰਲ ਦੇ ਲਈ, ਪਲੱਸ ਜਿੰਨੀਆਂ ਵੀ ਅਦਰ ਕੈਟੇਗਰੀਜ਼ ਹੈ। ਔਰ ਸਿਰਫ SC ਕੈਟੇਗਰੀ ਅਜਿਹੀ ਹੈ ਜਿਹਦੇ ਲਈ ਫੀਸ ਉਹਨਾਂ ਨੇ 700 ਰੱਖੀ ਹੈ। ਮਤਲਬ ਅਗਰ ਕੋਈ ਬੱਚਾ OBC ਦਾ
ਜਾਂ EWS ਦਾ ਜਾਂ ਜਨਰਲ ਦਾ ਤਾਂ ਉਹਨਾਂ ਸਾਰਿਆਂ ਲਈ ਜਿਹੜੀ ਫੀਸ ਆ ਉਹ 1400 ਰੁਪਏ ਰਹੇਗੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਦੇਖਣ ਦੇ ਲਈ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਸ਼ੇਅਰ ਕਰ ਦਿਓ।